ਵਿਵਾਦਾਂ ਵਿੱਚ ਘਿਰੇ ਰਹਿਣ ਵਾਲੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨਾ ਚਾਹੁੰਦੇ ਹੋਏ ਵੀ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ। ਸਵਾਲ ਇਸ ਕਰਕੇ ਕਿਉਂਕਿ ਜਦੋਂ ਰਿਟਾਇਰ ਹੋਏ ਨੇ ਸੁਮੇਧ ਸਿੰਘ ਸੈਣੀ ਆ ਕੇ ਸਿੱਧਾ ਇਸ ਕੋਠੀ ਦੇ ਵਿੱਚ ਹੀ ਲੈਂਡ ਕਿਉਂ ਹੁੰਦੇ ਨੇ। ਵਿਜੀਲੈਂਸ ਚੀਫ ਵੀ ਰਹੇ ਨੇ ਉਹ, ਕਿ ਉਹਨਾਂ ਨੂੰ ਨਹੀਂ ਪਤਾ ਵੀ ਕਿਹੜਾ ਬੰਦਾ ਕਿੱਦਾਂ ਦਾ। ਨਿਮਰਤਦੀਪ ਬਾਰੇ ਜੇ ਸੁਮੇਧ ਸਿੰਘ ਸੈਣੀ ਦੀ ਇਕੁਏਸ਼ਨ ਤੁਸੀਂ ਦੇਖੋਗੇ ਬਹੁਤ ਪੁਰਾਣੀ ਦੋਸਤੀ ਹੈ, ਇਹਨਾਂ ਦੀ ਕੋਈ ਨਵੀਂ ਨਹੀਂ ਹੈ। ਹੁਣ ਸੁਮੇਧ ਸਿੰਘ ਸੈਣੀ ਦੀ ਦੋਸਤੀ ਵੇਖ ਲਓ ਕਿਹੋ ਜਿਹਾ ਨਾਲ ਹੈ। ਨਿਹੰਗ ਅਜੀਤ ਸਿੰਘ ਪੁੱਲਾ ਜਿਹਦੇ ਉਹ ਵਿਜੀਲੈਂਸ ਚੀਫ ਹੁੰਦੇ ਆ, ਕ੍ਰਿਮੇਸ਼ਨ ਅਟੈਂਡ ਕਰਦਾ। ਸੁਮੇਧ ਸਿੰਘ ਸੈਣੀ ਦੇ ਟੀਮ ਦੇ ਬੰਦੇ ਲੈ ਲਓ, ਉਮਰਾ ਨੰਗਲ ਹੋ ਗਿਆ ਜਾਂ ਜਿਹੜੇ ਦੂਜੇ ਹੁਣ ਸਾਰੇ ਬੰਦਿਆਂ ਨੂੰ ਤੁਸੀਂ ਦੇਖ ਰਹੇ ਹੋ ਕਿ ਇਹਦੇ ਟ੍ਰਾਇਲ ਫੇਸ ਕਰ ਰਹੇ ਆ। ਕਿਤੇ ਵੀ ਕਲੀਨ ਕ੍ਰੈਡੈਂਸ਼ੀਅਲਸ ਵਾਲੇ ਬੰਦੇ ਸੁਮੇਧ ਸਿੰਘ ਸੈਣੀ ਦੇ ਨਾਲ ਕਦੇ ਜੁੜੇ ਹੀ ਨਹੀਂ। ਫਿਰ ਸੁਮੇਧ ਸਿੰਘ ਸੈਣੀ ਵੱਲੋਂ ਇੱਕੋ ਹੀ ਜਵਾਬ ਆਉਣਾ ਹੈ ਕਿ ਜੀ ਮੈਂ ਤਾਂ ਬੜੇ ਇੰਪੋਰਟੈਂਟ ਕੇਸਿਸ ਹੈਂਡਲ ਕੀਤੇ ਸੀ, ਇਸ ਕਰਕੇ ਮੈਨੂੰ ਵਿਕਟਿਮਾਈਜ਼ ਕੀਤਾ ਜਾ ਰਿਹਾ। ਆ ਸੁਮੇਧ ਸਿੰਘ ਸੈਣੀ ਦਾ ਬਹਾਨਾ ਲੋ, ਉਹਨੇ ਐਪਲੀਕੇਸ਼ਨ ਲਾਈ ਨਹੀਂ, ਉਹਦੀ ਐਪਲੀਕੇਸ਼ਨ 'ਚ ਕੀ ਆਉਣਾ ਹੈ ਉਹ ਮੈਂ ਤੁਹਾਨੂੰ ਅੱਜ ਦੱਸਦਾ। ਜਿਹੜਾ ਵੀ ਕੇਸ ਉਹਨੇ ਸ਼ੁਰੂ ਕੀਤਾ ਹੈ ਉਹਨੇ ਉਹਦੇ 'ਚ ਇਹੋ ਜਿਹਾ ਖਿਲਾਰਾ ਪਾਇਆ ਕਿ ਉਹਨੂੰ ਟ੍ਰਾਂਸਫਰ ਆਊਟ ਕਰਤਾ ਉਸ ਕੇਸ ਤੋਂ, ਕਿਉਂਕਿ ਉਹਨੇ ਕੇਸ ਨੂੰ ਕਿਤੋਂ ਦਾ ਕਿਤੇ ਲੈ ਗਿਆ, ਉਹਨੂੰ ਕਿਵੇਂ ਟਵਿਸਟ ਕੀਤਾ ਰੱਬ ਜਾਣੇ। ਇਨੋਸੈਂਟ ਬੰਦੇ ਫਸਾਤੇ, ਜਿਹੜੇ ਐਕਚੁਅਲ ਅਕਿਊਜ਼ਡ ਹੈ ਉਹਨਾਂ ਨੂੰ ਛੱਡਤਾ। ਸੁਮੇਧ ਸੈਣੀ ਦਾ ਤਾਂ ਮੈਂ ਔਨ ਰਿਕਾਰਡ ਹਮੇਸ਼ਾ ਕਿਹਾ। ਹੁਣ ਜਿਹੜੇ ਬੰਦਿਆਂ ਨੂੰ ਸੁਮੇਧ ਸਿੰਘ ਸੈਣੀ ਅਕਿਊਜ਼ਡ ਕਹਿੰਦਾ ਸੀ, ਸੀਬੀਆਈ ਸੁਮੇਧ ਸੈਣੀ ਨੂੰ ਉਹਨਾਂ ਬੰਦਿਆਂ ਨੂੰ ਐਲੀਮੀਨੇਟ ਕਰਨ ਲਈ ਪ੍ਰੋਸੀਕਿਊਟ ਕਰ ਰਹੀ ਹੈ। ਸੋ ਸੁਮੇਧ ਸੈਣੀ ਨੂੰ ਤਾਂ ਸੀਬੀਆਈ ਕਹਿ ਰਹੀ ਹੈ ਝੂਠ ਮਾਰ ਰਿਹਾ। ਵਿਵਾਦਾਂ ਵਿੱਚ ਘਿਰੇ ਰਹਿਣ ਵਾਲੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨਾ ਚਾਹੁੰਦੇ ਹੋਏ ਵੀ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ। ਦ ਖਬਰਸਾਰ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਸੁਣਨ 'ਚ ਆ ਰਿਹਾ ਹੈ ਵੀ ਜਿਸ ਘਰ ਦੇ ਵਿੱਚ, ਜਿਸ ਕੋਠੀ ਦੇ ਵਿੱਚ ਸੁਮੇਧ ਸਿੰਘ ਸੈਣੀ ਰਹਿੰਦੇ ਨੇ, ਉਹ ਇੱਕ ਮਾਮਲੇ ਦੇ ਵਿੱਚ ਹੁਣ ਅਟੈਚ ਹੋ ਚੁੱਕੀ ਹੈ। ਸਾਰੀ ਗੱਲਬਾਤ ਜਾਣਾਂਗੇ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਐਡਵੋਕੇਟ ਪ੍ਰਦੀਪ ਵਿਰਕ ਸਰ। ਬਹੁਤ ਸਵਾਗਤ ਹੈ ਖਬਰਸਾਰ। ਥੈਂਕ ਯੂ ਜੀ ਸਰ। ਜਿਹੜੀ ਖਬਰ ਸਾਹਮਣੇ ਆ ਰਹੀ ਹੈ ਵੀ ਜਿਸ ਕੋਠੀ ਦੇ ਵਿੱਚ ਸੁਮੇਧ ਸਿੰਘ ਸੈਣੀ ਰਹਿੰਦੇ ਨੇ ਉਹ ਅਟੈਚ ਹੋ ਚੁੱਕੀ ਹੈ, ਮਾਮਲਾ ਕੀ ਹੈ? ਇਹ ਜੀ ਇੱਕ ਕੇਸ ਦੀ ਇਨਵੈਸਟੀਗੇਸ਼ਨ ਵਿਜੀਲੈਂਸ ਕੋਲ ਪੈਂਡਿੰਗ ਸੀ। ਉਸ ਕੇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਕੁਝ ਲੈਂਡ ਰਿਲੇਟਡ ਚੀਟਿੰਗ ਦੇ ਕੇਸਿਸ ਇਨਵੈਸਟੀਗੇਟ ਹੋ ਰਹੇ ਸੀ, ਉਹ ਕਰਦੇ ਹੋਏ ਇਹ ਪ੍ਰਾਪਰਟੀ ਵੀ ਇੱਕ ਆਈ ਜਿਹੜੀ ਓਨਡ ਹੈ ਨਿਮਰਤਦੀਪ ਨਾਂ ਦੇ ਇੱਕ ਐਕਸੀਐਨ ਦੇ ਫਾਦਰ ਦੇ ਨਾਂ 'ਤੇ ਹੈਗੀ ਹੈ ਪ੍ਰਾਪਰਟੀ। ਸੋ ਇਸ ਘਰ ਦੇ ਵਿੱਚ ਸੁਮੇਧ ਸਿੰਘ ਸੈਣੀ ਨੇ ਇੱਕ ਲੀਜ਼ ਐਗਰੀਮੈਂਟ ਬਣਾ ਕੇ ਰਿਟਾਇਰਮੈਂਟ ਤੋਂ ਬਾਅਦ ਇੱਥੇ ਰਹਿਣਾ ਸ਼ੁਰੂ ਕਰਤਾ ਔਰ ਸ਼ੋਅ ਕੀਤਾ ਹੈ ਕਿ ਇਸ ਕੋਠੀ ਦੇ ਵਿੱਚ ਉਹ ਕਿਰਾਏ 'ਤੇ ਰਹਿ ਰਿਹਾ, ਉਹ ਓਨਰ ਨਹੀਂ ਹੈ। ਹੁਣ ਜਦੋਂ ਨਿਮਰਤ ਦੀਆਂ ਪ੍ਰਾਪਰਟੀਜ਼ ਅਟੈਚ ਹੋਈਆਂ, ਜਿਹੜੀ ਵਿਜੀਲੈਂਸ ਨੇ ਕੁਐਸਚਨ ਕੀਤੀ ਕਿ ਜੀ ਇਹ ਬੇਨਾਮੀ ਨੇ ਜਾਂ ਗਲਤ ਕਰਪਸ਼ਨ ਦੇ ਪੈਸਿਆਂ ਤੋਂ ਬਣਾਈ ਗਈ ਹੈ ਜਾਂ ਗਲਤ ਪੈਸਾ ਵਿੱਚ ਯੂਜ਼ ਹੋਇਆ, ਇਲੀਗਲ ਮੀਨਸ ਤੋਂ ਆਇਆ ਹੋਇਆ, ਮਤਲਬ ਪੈਸਾ ਯੂਜ਼ ਹੋਇਆ। ਸੋ ਉਸ ਦੇ ਵਿੱਚ ਜਦੋਂ ਪ੍ਰਾਪਰਟੀਜ਼ ਦੀ ਅਟੈਚਮੈਂਟ ਦਾ ਇਸ਼ੂ ਆਇਆ, ਸੋ ਇਹ ਘਰ ਵੀ ਕੁਐਸਚਨ 'ਚ ਆਇਆ ਔਰ ਇਹ ਘਰ ਪ੍ਰੋਵੀਜ਼ਨਲ ਅਟੈਚਮੈਂਟ ਆਰਡਰ ਪਾਸ ਹੋਇਆ। ਹੁਣ ਇਹਦੇ ਵਿੱਚ ਮੇਨ ਚੀਜ਼ ਜਿਹੜੀ ਆ ਰਹੀ ਹੈ ਕਿ ਕੋਰਟ ਦੇ ਵਿੱਚ ਹੁਣ ਪ੍ਰੋਵੀਜ਼ਨਲ ਅਟੈਚਮੈਂਟ ਆਰਡਰ ਪਾਸ ਹੋਣ ਤੋਂ ਬਾਅਦ 29 ਸਪਟੈਂਬਰ ਦੀ ਡੇਟ ਪਾਈ ਗਈ ਹੈ ਔਰ ਕੋਰਟ ਨੇ ਕਿਹਾ ਹੈ ਕਿ ਰੈਂਟ ਕੋਰਟ ਦੇ ਵਿੱਚ ਜਮ੍ਹਾਂ ਕਰਾਇਆ ਜਾਵੇ ਹੁਣ ਤੋਂ, ਐਂਡ ਸੁਮੇਧ ਸਿੰਘ ਸੈਣੀ ਨੂੰ ਹੁਣ ਆ ਕੇ ਐਕਸਪਲੇਨ ਕਰਨਾ ਪੈਣਾ ਹੈ ਇਹਦੇ ਵਿੱਚ ਵੀ ਕਿਉਂ ਇਹ ਪ੍ਰਾਪਰਟੀ ਅਟੈਚ। ਜਦੋਂ ਕੋਈ ਪ੍ਰੋਸੀਡਸ ਆਫ ਕ੍ਰਾਈਮ ਅਸੀਂ ਕਿਸੇ ਚੀਜ਼ ਨੂੰ ਕਹਿੰਦੇ ਹਾਂ ਕਿ ਜੀ ਇਹ ਪ੍ਰੋਸੀਡਸ ਆਫ ਕ੍ਰਾਈਮ ਤੋਂ ਪ੍ਰੋਕਿਓਰ ਕੀਤੀ ਗਈ ਹੈ, ਸੋ ਉਹ ਪ੍ਰਾਪਰਟੀ ਨੈਚੁਰਲੀ ਕੋਈ ਬੰਦਾ ਓਨ ਨਹੀਂ ਕਰ ਸਕਦਾ, ਉਹ ਗਵਰਨਮੈਂਟ ਟੇਕ ਓਵਰ ਕਰ ਲੈਂਦੀ ਹੈ। ਸਰ ਤੁਸੀਂ ਕਿਹਾ ਵੀ ਇਲੀਗਲ ਮੀਨਸ ਦੇ ਨਾਲ ਜਿਹੜੀ ਹੈਗੀ ਉਹ ਪ੍ਰਾਪਰਟੀ ਲਈ ਗਈ ਹੈ, ਉਹਦੇ ਵਿੱਚ ਜਿਹੜੇ ਇਲੀਗਲ ਤੁਸੀਂ ਮੀਨਸ ਕਹੇ ਨੇ ਉਹ ਗੈਰ ਕਾਨੂੰਨੀ ਢੰਗ ਜਿਹੜਾ ਹੈਗਾ ਉਹਦੇ ਵਿੱਚ ਹਿੱਸਾ ਸੁਮੇਧ ਸਿੰਘ ਸੈਣੀ ਦਾ ਵੀ ਹੋ ਸਕਦਾ? ਦੇਖੋ ਇਹ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਸੀ ਨਿਮਰਤਦੀਪ ਦੀ, ਉਹਦੇ ਵਿੱਚ ਆਇਆ ਹੈ। ਰਹੀ ਗੱਲ ਹਿੱਸਾ ਸੁਮੇਧ ਸੈਣੀ ਦਾ ਹੋਣ ਦੀ, ਉਹ ਅਜੇ ਤੱਕ ਕਿਤੇ ਇਨਵੈਸਟੀਗੇਸ਼ਨ ਦੇ ਵਿੱਚ ਚੀਜ਼ਾਂ ਨਹੀਂ ਆਈਆਂ। ਉਹ ਸਵਾਲ ਇਸ ਕਰਕੇ ਕਿਉਂਕਿ ਜਦੋਂ ਰਿਟਾਇਰ ਹੋਏ ਨੇ ਸੁਮੇਧ ਸਿੰਘ ਸੈਣੀ ਆ ਕੇ ਸਿੱਧਾ ਇਸ ਕੋਠੀ ਦੇ ਵਿੱਚ ਹੀ ਲੈਂਡ ਕਿਉਂ ਹੁੰਦੇ ਨੇ। ਵਿਜੀਲੈਂਸ ਚੀਫ ਵੀ ਰਹੇ ਨੇ ਉਹ, ਕਿ ਉਹਨਾਂ ਨੂੰ ਨਹੀਂ ਪਤਾ ਵੀ ਕਿਹੜਾ ਬੰਦਾ ਕਿੱਦਾਂ ਦਾ। ਦੇਖੋ ਉਹ ਤਾਂ ਸੁਮੇਧ ਸਿੰਘ ਸੈਣੀ ਹਮੇਸ਼ਾ ਹੀ ਕਹਿੰਦੇ। ਸੁਮੇਧ ਸਿੰਘ ਸੈਣੀ ਦੀ ਤੁਸੀਂ ਕੋਈ ਗੱਲ ਸੁਣ ਲਓ, ਉਹ ਹਮੇਸ਼ਾ ਆਪਣੇ ਆਪ ਨੂੰ ਇੱਕ ਅਪਰਾਈਟ ਆਫੀਸਰ ਸ਼ੋਅ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਹੈ। ਉਹਨੇ ਹਮੇਸ਼ਾ ਜਿਹੜਾ ਵੀ ਉਹਦਾ ਤੁਸੀਂ ਸਰਕਲ ਦੇ ਉਹਦੇ ਬੰਦੇ ਲੈ ਲਓ, ਨਿਮਰਤਦੀਪ ਘੱਟ ਕੰਟਰੋਵਰਸ਼ੀਅਲ ਰਿਹਾ। ਤੁਸੀਂ ਨਿਮਰਤਦੀਪ ਦਾ ਜ਼ਰਾ ਗੂਗਲ 'ਤੇ ਪਾ ਕੇ ਸਰਚ ਕਰਕੇ ਦੇਖੋ। ਨਿਮਰਤਦੀਪ ਬਾਰੇ ਜੇ ਸੁਮੇਧ ਸਿੰਘ ਸੈਣੀ ਦੀ ਇਕੁਏਸ਼ਨ ਤੁਸੀਂ ਦੇਖੋਗੇ ਬਹੁਤ ਪੁਰਾਣੀ ਦੋਸਤੀ ਹੈ, ਇਹਨਾਂ ਦੀ ਕੋਈ ਨਵੀਂ ਨਹੀਂ ਹੈ। ਹੁਣ ਸੁਮੇਧ ਸਿੰਘ ਸੈਣੀ ਦੀ ਦੋਸਤੀ ਵੇਖ ਲਓ ਕਿਹੋ ਜਿਹਾ ਨਾਲ ਹੈ। ਨਿਹੰਗ ਅਜੀਤ ਸਿੰਘ ਪੁੱਲਾ ਜਿਹਦੇ ਉਹ ਵਿਜੀਲੈਂਸ ਚੀਫ ਹੁੰਦੇ ਆ, ਕ੍ਰਿਮੇਸ਼ਨ ਅਟੈਂਡ ਕਰਦਾ। ਹੁਣ ਸੁਮੇਧ ਸੈਣੀ ਡੇਲੀ ਟ੍ਰਾਇਲ ਨਹੀਂ ਫੇਸ ਕਰ ਸਕਦਾ, ਕੋਰਟ 'ਚੋਂ ਐਗਜ਼ੈਂਪਸ਼ਨ ਲੈਂਦਾ ਸਿਕਿਉਰਿਟੀ ਗਰਾਊਂਡ 'ਤੇ। ਲੇਕਿਨ ਨਿਹੰਗ ਅਜੀਤ ਸਿੰਘ ਪੁੱਲਾ ਜਿਹੜਾ ਇੱਕ ਕਨਵਿਕਟ ਸੀ, ਜੇਲ੍ਹ ਦੇ ਵਿੱਚ ਸੀ, ਉਹਦੀ ਕ੍ਰਿਮੇਸ਼ਨ ਅਟੈਂਡ ਕਰਦਾ ਵਿਜੀਲੈਂਸ ਚੀਫ ਹੁੰਦੇ ਆ। ਸੁਮੇਧ ਸਿੰਘ ਸੈਣੀ ਦੇ ਟੀਮ ਦੇ ਬੰਦੇ ਲੈ ਲਓ, ਉਮਰਾ ਨੰਗਲ ਹੋ ਗਿਆ ਜਾਂ ਜਿਹੜੇ ਦੂਜੇ ਹੁਣ ਸਾਰੇ ਬੰਦਿਆਂ ਨੂੰ ਤੁਸੀਂ ਦੇਖ ਰਹੇ ਹੋ ਕਿ ਇਹਦੇ ਟ੍ਰਾਇਲ ਫੇਸ ਕਰ ਰਹੇ ਆ। ਕਿਤੇ ਵੀ ਕਲੀਨ ਕ੍ਰੈਡੈਂਸ਼ੀਅਲਸ ਵਾਲੇ ਬੰਦੇ ਸੁਮੇਧ ਸਿੰਘ ਸੈਣੀ ਦੇ ਨਾਲ ਕਦੇ ਜੁੜੇ ਹੀ ਨਹੀਂ। ਹੁਣ ਪਰਮਜੀਤ ਸਿੰਘ ਪੰਨੂ ਹੈ, ਉਹ ਵੀ ਅੰਡਰ ਸਸਪੈਂਸ਼ਨ ਹੈ। ਉਮਰਾ ਨੰਗਲ ਦਾ ਡਰੱਗਸ ਦੇ ਵਿੱਚ ਵੀ ਨਾਂ ਆ ਗਿਆ।
ਸੋ ਇਹੋ ਜੀ ਸੁਮੇਧ ਸਿੰਘ ਸੈਣੀ ਦੀ ਇੱਕ ਟੀਮ ਹਮੇਸ਼ਾ ਰਹੀ ਹੈ, ਉਹ ਭਾਵੇਂ ਪੁਲਿਸ ਵਾਲੇ ਆ ਭਾਵੇਂ ਦੂਜੇ ਬੰਦੇ ਆ, ਉਹ ਕੰਟਰੋਵਰਸ਼ੀਅਲ ਰਹਿੰਦੇ ਹੀ ਹੈ। ਔਰ ਫਿਰ ਸੁਮੇਧ ਸਿੰਘ ਸੈਣੀ ਵੱਲੋਂ ਇੱਕੋ ਹੀ ਜਵਾਬ ਆਉਣਾ ਹੈ ਕਿ ਜੀ ਮੈਂ ਤਾਂ ਬੜੇ ਇੰਪੋਰਟੈਂਟ ਕੇਸਿਸ ਹੈਂਡਲ ਕੀਤੇ ਸੀ, ਇਸ ਕਰਕੇ ਮੈਨੂੰ ਵਿਕਟਿਮਾਈਜ਼ ਕੀਤਾ ਜਾ ਰਿਹਾ। ਆ ਸੁਮੇਧ ਸਿੰਘ ਸੈਣੀ ਦਾ ਬਹਾਨਾ, ਉਹਨੇ ਐਪਲੀਕੇਸ਼ਨ ਲਾਈ ਨਹੀਂ, ਉਹਦੀ ਐਪਲੀਕੇਸ਼ਨ 'ਚ ਕੀ ਆਉਣਾ ਹੈ ਉਹ ਮੈਂ ਤੁਹਾਨੂੰ ਅੱਜ ਦੱਸ ਦਿੰਦਾ। ਲੇਕਿਨ ਕਿਸੇ ਨੇ ਐਂ ਤਾਂ ਨਹੀਂ ਹੈ ਵੀ ਜ਼ਬਰਦਸਤੀ ਕੀਤੀ ਹੋਵੇ, ਨਹੀਂ ਸੈਣੀ ਸਾਹਿਬ ਤੁਸੀਂ ਇਸੀ ਕੋਠੇ ਜਾ ਕੇ ਰਹੋ, ਰਿਟਾਇਰਮੈਂਟ ਤੁਹਾਡੀ ਹੋ ਗਈ ਕੋਈ ਚੱਕਰ ਨਹੀਂ, ਤੁਸੀਂ ਇਸੀ ਕੋਠੇ ਜਾਓ, ਕਿਤੇ ਹੋਰ ਨਹੀਂ ਜਾਣਾ। ਮੈਂ ਉਸ ਬੰਦੇ ਨੂੰ ਜ਼ਰੂਰ ਮਿਲਣਾ ਚਾਹਾਂਗਾ ਜਿਹਨੇ ਸੈਣੀ ਨਾਲ ਇੰਨੀ ਪਿਆਰ ਨਾਲ ਕਨਵਿੰਸ ਕੀਤਾ ਔਰ ਸੈਣੀ ਕਨਵਿੰਸ ਹੋ ਗਿਆ। ਹੋ ਸਕਦਾ ਕੱਲ੍ਹ ਨੂੰ ਵੀ ਬਹਾਨਾ ਲਾ ਦੇਣ, ਮੈਨੂੰ ਕਿਹਾ ਗਿਆ ਸੀ ਵੀ ਨਹੀਂ ਤੁਸੀਂ ਸੈਣੀ ਸਾਹਿਬ ਇੱਥੇ ਹੀ ਜਾਓ। ਬਹੁਤ ਵਧੀਆ ਗੱਲ ਹੈ, ਇਹਦਾ ਮਤਲਬ ਸੈਣੀ ਕਿਸੇ ਦੇ ਇੰਨਾ ਡਰਦਾ ਹੈ ਕਿ ਉਹਨੇ ਕਿਹਾ ਕਿ ਇੱਥੇ ਜਾਓ ਤੇ ਸੈਣੀ ਉੱਥੇ ਨਹੀਂ ਕਹਿ ਸਕਿਆ, ਇਹ ਤਾਂ ਬਹੁਤ ਵਧੀਆ ਗੱਲ ਹੈ। ਪਰ ਗੱਲ ਫਿਰ ਐਟ ਦੀ ਐਂਡ ਆਫ ਦੀ ਡੇ ਉੱਥੇ ਹੀ ਆਉਂਦੀ ਹੈ ਕਿ ਵੰਸ ਤੁਸੀਂ ਇੱਕ ਰਿਸਪੌਂਸਿਬਲ ਪੋਸਟ ਨੂੰ ਹੋਲਡ ਕੀਤਾ ਹੋਇਆ, ਸੋ ਤੁਸੀਂ ਇਹੋ ਜਿਹੀਆਂ ਫ੍ਰਿਵਲਸ ਆਰਗੂਮੈਂਟਸ ਨਹੀਂ ਰੇਜ਼ ਕਰ ਸਕਦੇ ਸੀ ਜੀ ਕਿ ਮੈਨੂੰ ਫਸਾਇਆ ਜਾ ਰਿਹਾ ਹੈ, ਮੇਰੀ ਇਨਵੈਸਟੀਗੇਸ਼ਨਸ ਵਧੀਆ ਹੋਣ ਕਰਕੇ। ਇਨਵੈਸਟੀਗੇਸ਼ਨ ਇਹਦੀ ਕਦੇ ਵੀ ਕੋਰਟ ਦੇ ਵਿੱਚ ਸਟੈਂਡ ਨਹੀਂ ਕੀਤੀ, ਇਹ ਤੁਹਾਨੂੰ ਵੀ ਪਤਾ ਹੈ। ਆਈ ਆਲਸੋ ਸੇ ਔਨ ਰਿਕਾਰਡ, ਔਰ ਮੈਂ ਸੁਮੇਧ ਸੈਣੀ ਨੂੰ ਚੈਲੰਜ ਕਰਦਾ ਕਿ ਕਿਤੇ ਵੀ ਆ ਕੇ ਆਪਣੀ ਇਨਵੈਸਟੀਗੇਸ਼ਨ ਸ਼ੋਅ ਕਰੇ ਕਿ ਕੋਰਟ ਦੀ ਸਕਰੂਟਨੀ ਉਹ ਸਟੈਂਡ ਕੀਤੀ ਹੈ। ਸੁਮੇਧ ਸਰ ਕੋਈ ਰਿਮਾਰਕੇਬਲ ਕੋਈ ਕੇਸਿਸ ਹੋਣ ਜੋ ਸੁਮੇਧ ਸਿੰਘ ਸੈਣੀ ਨੇ ਕੀਤੇ ਹੋਣ ਤੇ ਅੱਜ ਵੀ ਉਹ ਬੋਲਦੇ ਹੋਣ, ਕੋਈ ਦੋ ਤਿੰਨ ਇੱਦਾਂ ਦੇ ਹੈ? ਜਿਹੜੇ ਉਹਨੂੰ ਪੁੱਛੋ, ਜਿਹੜਾ ਵੀ ਕੇਸ ਉਹਨੇ ਸ਼ੁਰੂ ਕੀਤਾ ਹੈ ਉਹਨੇ ਉਹਦੇ 'ਚ ਇਹੋ ਜਿਹਾ ਖਿਲਾਰਾ ਪਾਇਆ ਕਿ ਉਹਨੂੰ ਟ੍ਰਾਂਸਫਰ ਆਊਟ ਕਰਤਾ ਉਸ ਕੇਸ ਤੋਂ, ਕਿਉਂਕਿ ਉਹਨੇ ਕੇਸ ਨੂੰ ਕਿਤੋਂ ਦਾ ਕਿਤੇ ਲੈ ਗਿਆ, ਉਹਨੂੰ ਕਿਵੇਂ ਟਵਿਸਟ ਕੀਤਾ ਰੱਬ ਜਾਣੇ। ਇਨੋਸੈਂਟ ਬੰਦੇ ਫਸਾਤੇ, ਜਿਹੜੇ ਐਕਚੁਅਲ ਅਕਿਊਜ਼ਡ ਹੈ ਉਹਨਾਂ ਨੂੰ ਛੱਡਤਾ। ਸੁਮੇਧ ਸੈਣੀ ਦਾ ਤਾਂ ਮੈਂ ਔਨ ਰਿਕਾਰਡ ਹਮੇਸ਼ਾ ਕਿਹਾ, ਹੁਣ ਜਿਹੜੇ ਬੰਦਿਆਂ ਨੂੰ ਸੁਮੇਧ ਸਿੰਘ ਸੈਣੀ ਅਕਿਊਜ਼ਡ ਕਹਿੰਦਾ ਸੀ, CBI ਸੁਮੇਧ ਸੈਣੀ ਨੂੰ ਉਹਨਾਂ ਬੰਦਿਆਂ ਨੂੰ ਐਲੀਮੀਨੇਟ ਕਰਨ ਲਈ ਪ੍ਰੋਸੀਕਿਊਟ ਕਰ ਰਹੀ ਹੈ। ਸੋ ਸੁਮੇਧ ਸੈਣੀ ਨੂੰ ਤਾਂ CBI ਕਹਿ ਰਹੀ ਹੈ ਝੂਠ ਮਾਰ ਰਿਹਾ। ਸੋ ਉਹ ਬੰਦੇ ਦੀ ਕੀ ਕ੍ਰੈਡੀਬਿਲਿਟੀ? ਇਨਵੈਸਟੀਗੇਸ਼ਨ ਉਹਦੀਆਂ ਜਿਹੜੀਆਂ ਮਰਜ਼ੀ ਲੈ ਲਓ, ਕਦੇ ਵੀ ਕੋਈ ਕੋਰਟ ਸਟੈਂਡ ਨਹੀਂ ਕੀਤੀ। ਔਰ ਮੈਂ ਐਜ਼ ਅ ਲਾਇਰ ਔਨ ਰਿਕਾਰਡ ਕਹਿਣਾ, ਸੁਮੇਧ ਸਿੰਘ ਸੈਣੀ ਜਦੋਂ ਚਾਹਵੇ ਮੇਰਾ ਚੈਲੰਜ ਐਕਸੈਪਟ ਕਰੇ ਕੋਰਟ ਚਾਹਵੇ, ਮੈਂ ਸੁਮੇਧ ਸਿੰਘ ਸੈਣੀ ਦਾ ਕੱਚਾ ਚਿੱਠਾ ਸਾਹਮਣੇ ਰੱਖਦਾ, ਲੈਟ ਹਿਮ ਫੇਸ ਇਟ 1 to 1। ਸਰ ਜਿਵੇਂ ਹੁਣ ਨਿਮਰਤਦੀਪ ਦੇ ਨਾਲ ਦੋਸਤੀ ਸਾਹਮਣੇ ਆਈ ਹੈ, ਕਿੰਨੀ ਪੋਸੀਬਿਲਿਟੀ ਹੈਗੀ ਹੈ ਵੀ ਜਦੋਂ ਵਿਜੀਲੈਂਸ ਚੀਫ ਵੀ ਰਹੇ ਨੇ ਜਾਂ DGP ਰਹੇ ਨੇ ਸੁਮੇਧ ਸੈਣੀ, ਉਦੋਂ ਸੈਣੀ ਕਰਕੇ ਨਿਮਰਤਦੀਪ ਬਚਿਆ ਹੋਵੇ ਤੇ ਕੋਠੀ ਦੇ ਵਿੱਚ ਰਹਿਣਾ ਉਹ ਇੱਕ ਅਹਿਸਾਨ ਉਤਾਰਨ ਵਾਲੀ ਗੱਲ ਹੋਵੇ? ਬਿਲਕੁਲ ਹੋ ਸਕਦਾ, ਉਹ ਤਾਂ ਹੁਣ ਸੁਮੇਧ ਸੈਣੀ ਦੱਸੂਗਾ। ਦੇਖੋ ਪੰਜਾਬ ਗਵਰਨਮੈਂਟ ਨੇ ਸੁਮੇਧ ਸੈਣੀ ਨੂੰ ਅਕਿਊਜ਼ ਨਹੀਂ ਬਣਾਇਆ, ਉਹਦੇ ਖਿਲਾਫ ਕੋਈ ਵਿਜੀਲੈਂਸ ਦਾ ਕੇਸ ਨਹੀਂ ਰਜਿਸਟਰ ਕੀਤਾ। ਉਹ ਤਾਂ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਕੀ ਚੀਜ਼ਾਂ ਆਉਂਦੀਆਂ ਜਾਂ ਗਵਰਨਮੈਂਟ ਕੀ ਕਰਦੀ ਹੈ ਜਾਂ ਵਿਜੀਲੈਂਸ ਬਿਊਰੋ ਕੀ ਕਰਦਾ, ਉਹ ਤਾਂ ਵਿਜੀਲੈਂਸ ਬਿਊਰੋ ਦੱਸ ਸਕਦਾ ਹੈ। ਮੈਂ ਤਾਂ ਇਸ ਪੁਆਇੰਟ 'ਤੇ ਫਿਰ ਜਾਣਨਾ ਕਿ ਸੁਮੇਧ ਸਿੰਘ ਸੈਣੀ ਦੇ ਬੰਦੇ ਉਹੋ ਜਿਹੇ ਹੀ ਨਿਕਲ ਰਹੇ ਹੈ ਕਿ ਉਹਨਾਂ 'ਤੇ ਉਂਗਲ ਉੱਠ ਰਹੀ ਹੈ ਹਰ ਵਾਰੀ। ਜਿਹੜੇ ਇਟ ਇਜ਼ ਨਾਟ ਸੁਮੇਧ ਸੈਣੀ ਇਕੱਲਾ ਕੰਟਰੋਵਰਸ਼ੀਅਲ ਹੈ, ਉਹਦੀ ਪੂਰੀ ਟੀਮ ਹਮੇਸ਼ਾ ਕੰਟਰੋਵਰਸ਼ੀਅਲ ਰਹਿੰਦੀ ਹੈ। ਉਹੀ ਚੀਜ਼ ਹੁਣ ਨਿਮਰਤਦੀਪ ਦੇ ਕੇਸ 'ਚ ਆਈ ਕਿ ਸੁਮੇਧ ਸੈਣੀ ਨੂੰ ਕੋਠੀ ਵੀ ਉਹੀ ਮਿਲੀ ਜਿਹੜੀ ਸੁਮੇਧ ਸਿੰਘ ਸੈਣੀ ਨੇ ਨਿਮਰਤਦੀਪ ਤੋਂ ਲਈ, ਜਿਹਦੇ 'ਤੇ ਅੱਜ ਕਰਪਸ਼ਨ ਚਾਰਜਸ ਨੇ। ਸਰ ਸਵਾਲ ਇੱਕ ਇੱਥੇ ਹੋਰ ਇਹ ਵੀ ਹੈ ਵੀ ਜਿਹੜਾ ਨਿਮਰਤਦੀਪ ਦੇ ਫਾਦਰ ਦੀ ਇਹ ਕੋਠੀ ਦੱਸੀ ਜਾਂਦੀ ਹੈ ਵੀ ਕੀ ਪਤਾ ਇਨਵੈਸਟਮੈਂਟ ਜਿਹੜੀ ਹੈਗੀ ਹੈ ਅੰਡਰ ਦ ਟੇਬਲ ਜਾਂ ਬੈਕਡੋਰ ਤੋਂ ਸੁਮੇਧ ਸਿੰਘ ਸੈਣੀ ਦੀ ਹੋਵੇ, ਪਹਿਲਾ ਸਵਾਲ। ਦੂਜਾ ਇਹਦੇ ਨਾਲ ਹੀ ਸਵਾਲ ਇਹ ਵੀ ਹੈਗਾ ਵੀ ਕੋਰਟ ਨੇ ਤੁਸੀਂ ਕਿਹਾ ਵੀ ਹੁਣ ਕਿਹਾ ਵੀ ਜਿਹੜਾ ਰੈਂਟ ਹੈਗਾ ਉਹ ਇੱਥੇ ਜਮ੍ਹਾਂ ਹੋਏਗਾ, ਪਿਛਲੇ ਰੈਂਟ ਦਿੱਤੇ ਕਿ ਨਹੀਂ ਦਿੱਤੇ? ਦੇਖੋ ਉਹੀ ਚੀਜ਼ ਤਾਂ ਕੋਰਟ ਦੇ ਸਾਹਮਣੇ ਆਈ, ਤਾਂ ਹੀ ਤਾਂ ਉਹਨਾਂ ਨੂੰ ਕੰਸੀਡਰ ਕਰਨਾ ਪਿਆ ਕਿ ਐਟ ਦਿਸ ਸਟੇਜ ਸਫੀਸ਼ੀਐਂਟ ਐਵੀਡੈਂਸ ਪ੍ਰੋਸੀਕਿਊਸ਼ਨ ਕੋਲ ਹੈਗਾ ਹੈ ਕਿ ਇਹ ਪ੍ਰੋਸੀਡਸ ਆਫ ਕ੍ਰਾਈਮ ਦਾ ਡਾਊਟ ਹੋ ਰਿਹਾ। ਇਸ ਕਰਕੇ ਥਰਡ ਪਾਰਟੀ ਜੇ ਇੰਟਰਸਟ ਕੋਈ ਕ੍ਰੀਏਟ ਹੋਇਆ ਉਹ ਆਪਣੇ ਕੋਰਟ ਦੇ ਸਾਹਮਣੇ ਗੱਲ ਰੱਖ ਸਕਦੀ ਹੈ। ਥਰਡ ਪਾਰਟੀ ਇੰਟਰਸਟ ਸੁਮੇਧ ਸਿੰਘ ਸੈਣੀ ਦਾ ਬਣਦਾ ਹੈ ਕਿਉਂਕਿ ਇਹ ਉੱਥੇ ਰਹਿ ਰਿਹਾ। ਬਾਕੀ ਰੈਂਟ ਨਾ ਦਿੱਤਾ ਹੋਣਾ ਇੰਨੀ ਦੇਰ ਦਾ, ਔਰ ਫਿਰ ਉਹੀ ਗੱਲ ਹੈ ਕਿ ਜੇ ਇੰਨਾ ਰੈਂਟ ਦੇ ਰਿਹਾ ਕਿ 2.5 ਲੱਖ ਮਹੀਨਾ ਰੈਂਟ ਦੇ ਰਿਹਾ, ਉਹ ਘਰ ਨਹੀਂ ਖਰੀਦ ਸਕਦਾ। ਸੋ ਉਹ ਕਿਤੇ ਨਾ ਕਿਤੇ ਉਹ ਸਵਾਲ ਉੱਠਦੇ ਹੀ ਹੈ ਕਿ ਸੁਮੇਧ ਸੈਣੀ ਜੇ ਇੱਥੇ ਆਇਆ ਹੈ, ਕੋਈ ਨਾ ਕੋਈ ਬਿਹਾਈਂਡ ਦ ਸੀਨ ਚੀਜ਼ਾਂ ਸੀਗੀਆਂ, ਹੁਣ ਇਨਵੈਸਟੀਗੇਸ਼ਨ 'ਚ ਬਾਹਰ ਆ ਜਾਣਗੀਆਂ। ਦੂਜੀ ਗੱਲ, ਜਦੋਂ ਵੀ ਹੁਣ ਮੈਨੂੰ ਨਹੀਂ ਪਤਾ ਇਹ ਕੇਸ ਐਨਫੋਰਸਮੈਂਟ ਡਾਇਰੈਕਟੋਰੇਟ ਕੋਲ ਗਿਆ ਹੈ ਜਾਂ ਨਹੀਂ ਗਿਆ ਹੈ, ਪਰ ਜਦੋਂ ਵੀ ਇਹੋ ਜਿਹੇ ਕੇਸਿਸ ਹੁੰਦੇ ਹੈ ਤੇ ਉਹ ਆਟੋਮੈਟਿਕਲੀ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਵੀ ਰੈਫਰ ਕੀਤੇ ਜਾਂਦੇ ਹੈ ਕਿ ਜੀ ਇਹਦੇ 'ਚ ਪ੍ਰੋਸੀਡਸ ਆਫ ਕ੍ਰਾਈਮ ਹੈ। ਸੋ ਕਿੱਥੇ ਹੁਣ ਸੈਣੀ ਦੀ ਕੀ ਇਨਵੈਸਟੀਗੇਸ਼ਨ ਦੇ ਵਿੱਚ ਚੀਜ਼ ਬਾਹਰ ਆਉਂਦੀ ਹੈ ਉਹ ਤਾਂ ਹੁਣ ਟਾਈਮ ਹੀ ਦੱਸ ਸਕਦਾ ਹੈ। ਸਰ ਅਗਲੀ ਤਰੀਕ ਕਿਹੜੀ ਪਈ ਹੈ? ਇਹਦੇ 'ਚ 29 ਸੈਪਟੈਂਬਰ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਐਡਵੋਕੇਟ ਪ੍ਰਦੀਪ ਵਿਰਕ। ਇੱਥੇ ਸਵਾਲ ਇਹ ਬੜਾ ਵੱਡਾ ਹੈ ਕਿ ਸੁਮੇਧ ਸਿੰਘ ਸੈਣੀ ਦੇ ਖਿਲਾਫ ਹੁਣ ਕੋਈ ਹੋਰ ਨਵਾਂ ਕੇਸ ਆ ਸਕਦਾ ਹੈ ਜਾਂ ਜਿਹੜਾ ਹੁਣ ਕਰਪਸ਼ਨ ਚਾਰਜਿਸ ਜਿਹੜੇ ਨਿਮਰਤਦੀਪ 'ਤੇ ਲੱਗੇ ਨੇ ਕਿ ਇਸ ਕੇਸ ਦੇ ਵਿੱਚ ਜਦੋਂ ਕੇਸ ਅੱਗੇ ਵਧੇਗਾ ਕਿਤੇ ਨਾ ਕਿਤੇ ਸੁਮੇਧ ਸਿੰਘ ਸੈਣੀ ਦੀ ਇਨਵੋਲਵਮੈਂਟ ਵੀ ਹੋਵੇਗੀ ਜਾਂ ਫਿਰ ਨਹੀਂ, ਇਹ ਸਮਾਂ ਦੱਸੇਗਾ। ਲੇਕਿਨ ਫਿਲਹਾਲ ਜਿਵੇਂ ਅਸੀਂ ਸ਼ੁਰੂਆਤ ਕੀਤੀ ਸੀ ਵੀ ਬਹਾਨਾ ਕੋਈ ਵੀ ਹੋਵੇ, ਕਾਰਨ ਕੋਈ ਵੀ ਹੋਵੇ, ਸੁਮੇਧ ਸਿੰਘ ਸੈਣੀ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।